ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਤੂੰ ਸਭਨੀ ਥਾਈ ਜਿਥੈ ਹਉ ਜਾਈ, ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਣਹਾਰ ਜੀਓ। ਦੁਖ ਵਿਸਾਰਣਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਕੋਟ ਕੋਟੰਤਰ ਪਾਪਾਂ ਕੇਰੇ, ਏਕ ਘੜੀ ਮਹਿ ਖੋਵੈ। ਹੰਸ ਸੇ ਹੰਸਾ ਬਗ ਸੇ ਬਗਾ, ਘਟ ਘਟ ਕਰੈ ਵਿਚਾਰ ਜੀਓ। ਤੂੰ ਸਭਨੀ ਥਾਈ ਜਿਥੈ ਹਉ ਜਾਈ, ਸਾਚਾ ਸਿਰਜਣਹਾਰ ਜੀਓ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਕੁੱਲ ਕਾਇਨਾਤ ਦੇ ਰਹਿਬਰ, ਜੁਗੋ ਜੁਗ ਅਟਲ ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਭਾਈ ਸਾਹਿਬ ਜੀ ਹੋਰਾਂ ਪਾਸੋਂ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਜੋ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਅਨੁਸਾਰ ਜੋ ਅੱਜ ਦਾ ਪਾਵਨ ਸ਼ਲੋਕ, ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਸਤਿਗੁਰਾਂ ਦਾ ਇਹ ਅਖੀਰਲਾ ਸ਼ਲੋਕ ਹੈ, ਸ਼ਲੋਕ ਨੰਬਰ 57। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਸ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਨਾਮ ਨੇ ਕੀ ਕੀਤਾ ਹੈ ਕਿ ਸਾਰੇ ਸੰਕਟਾਂ ਨੂੰ ਖਤਮ ਕਰ ਦਿੱਤਾ। ਜਦੋਂ ਜੀਵਨ 'ਚੋਂ ਸੰਕਟ ਖਤਮ ਹੋਏ ਤੇ ਨਾਲ ਦੀ ਨਾਲ ਹੀ ਸਿਮਰਨ ਕਰਦਿਆਂ ਸਾਹਿਬ ਜੀ ਕਹਿੰਦੇ ਉਸ ਮਾਲਕ ਦਾ ਦੀਦਾਰ ਵੀ ਹੋ ਗਿਆ। ਰੱਬ ਦਾ ਦੀਦਾਰ ਸਤਿਗੁਰੂ ਜੀ ਕਹਿੰਦੇ ਹੋਏਗਾ, ਪਰ ਉਸ ਤੋਂ ਪਹਿਲਾਂ ਦੋ ਗੱਲਾਂ ਦਾ ਧਿਆਨ ਰੱਖਣਾ ਪਏਗਾ। ਇੱਕ ਤਾਂ ਇਹ ਕਿ ਅੰਦਰ ਨਾਮ ਹੋਵੇ, ਅੰਦਰ ਨਾਮ ਵਸੇਗਾ, ਤੇ ਫਿਰ ਦੂਜੀ ਗੱਲ ਹੋਏਗੀ ਕਿ ਸੰਕਟ ਚਲੇ ਜਾਣਗੇ ਸਾਰੇ ਜੀਵਨ 'ਚੋਂ। ਸੰਕਟ ਜਾਣਗੇ ਤੇ ਸਾਹਿਬ ਜੀ ਕਹਿੰਦੇ ਫਿਰ ਉਸ ਰੱਬ ਦਾ ਦੀਦਾਰ ਵੀ ਜ਼ਰੂਰ ਹੋਏਗਾ। ਪਾਤਸ਼ਾਹ ਜੀ ਕੀ ਸਮਝਾ ਰਹੇ ਨੇ ਇਸ ਪਾਵਨ ਸ਼ਲੋਕ ਦੇ ਵਿੱਚ, ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ
ਆਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣੇ ਹੀ ਭਾਈ ਸਾਹਿਬ ਜੀ ਨੇ ਬੜਾ ਪਿਆਰਾ ਸ਼ਬਦ ਆਪ ਜੀ ਨੂੰ ਸਰਵਣ ਕਰਵਾਇਆ ਹੈ, ਜਿਹਦੇ ਵਿੱਚ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਮੋਰੇ ਹਿਰਦੈ ਬਸੋ ਗੋਪਾਲ। ਕਹਿੰਦੇ ਇਹ ਅਰਜ਼ੋਈ ਹੈ ਮਾਲਕ ਦੇ ਅੱਗੇ ਕਿ ਮਾਲਕ ਜੀ ਮੇਰੇ ਹਿਰਦੇ ਦੇ ਵਿੱਚ ਆਣ ਕੇ ਵਸ ਜਾਓ। ਹਿਰਦੇ ਦੇ ਵਿੱਚ ਆਣ ਕੇ ਵਸ ਜਾਣਾ ਤੇ ਉਸ ਰੱਬ ਦੇ ਦੀਦਾਰ ਹੋਣੇ, ਦਰਸ਼ਨ ਕਰਨੇ। ਵਾਰ-ਵਾਰ ਤੁਸੀਂ ਬਾਣੀ ਦੇ ਵਿੱਚੋਂ ਪੜ੍ਹੋਗੇ, ਸਤਿਗੁਰੂ ਜੀ ਵਾਰ-ਵਾਰ ਕਹਿੰਦੇ ਨੇ ਬਾਣੀ ਦੇ ਵਿੱਚ, ਕਹਿੰਦੇ ਹੇ ਮੇਰੇ ਮਾਲਕ ਜੀ ਕਿਰਪਾ ਕਰੋ, ਆਪਣੇ ਦਰਸ਼ਨ ਬਖਸ਼ੋ। ਦਰਸ਼ਨ ਪਿਆਸੀ ਦਿਨ ਸਰਾਤ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਤੇ ਰਹਿਮਤ ਕਰ, ਮੈਨੂੰ ਦਰਸ਼ਨ ਬਖਸ਼। ਸਾਹਿਬ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਆਣ ਕੇ ਵਸ ਜਾ, ਮੈਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰ, ਮੈਂ ਤੇਰੇ ਦੀਦਾਰ ਕਰਨਾ ਚਾਹੁੰਦਾ। ਇਹ ਦੀਦਾਰ ਕਰਨੇ ਤੇ ਹਿਰਦੇ ਦੇ ਵਿੱਚ ਵਸਣਾ, ਅਸਲ ਦੇ ਵਿੱਚ ਇਹਨਾਂ ਦਾ ਭਾਵ ਜਿਹੜਾ ਨਾ, ਮੀਨਿੰਗ ਜਿਹੜਾ ਨਾ, ਇਹ ਸੇਮ ਹੈ। ਰੱਬ ਦਾ ਅੰਦਰ ਵਸਣਾ ਹੀ ਉਹਦੇ ਦੀਦਾਰ ਹੈ, ਉਹਦੇ ਦੀਦਾਰ ਕਰਨੇ ਹੀ ਰੱਬ ਦਾ ਅੰਦਰ ਵਸਣਾ ਹੈ। ਤੇ ਕੀ ਇਨਸਾਨ ਨੂੰ ਰੱਬ ਦੇ ਦਰਸ਼ਨ ਹੋ ਸਕਦੇ ਨੇ? ਜੇ ਹੋ ਸਕਦੇ ਨੇ ਤੇ ਫਿਰ ਕਿਵੇਂ? ਹਰ ਇੱਕ ਦੇ ਮਨ ਦੀ ਇਹ ਖਵਾਹਿਸ਼ ਹੈ ਕਿ ਮੈਂ ਰੱਬ ਦੇ ਦੀਦਾਰ ਕਰ ਸਕਾਂ। ਜਿਹੜਾ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਵੀ ਕਨੈਕਸ਼ਨ ਕਿਤੇ ਧਰਮ ਦੇ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਧਰਮ ਦੀ ਥੋੜ੍ਹੀ ਬਹੁਤੀ ਸਮਝ ਹੈ, ਜਿਸ ਨੂੰ ਇਸ ਜੀਵਨ ਦਾ, ਇਸ ਲਾਈਫ ਦਾ ਪਰਪਸ ਪਤਾ ਹੈ ਕਿ ਕਾਹਦੇ ਵਾਸਤੇ ਦੁਨੀਆ 'ਚ ਆਏ ਆ, ਉਹ ਇਹ ਜ਼ਰੂਰ ਇੱਛਾ ਆਪਣੇ ਮਨ ਦੇ ਵਿੱਚ ਰੱਖੇਗਾ ਕਿ ਉਸ ਰੱਬ ਦੇ ਦੀਦਾਰ ਹੋ ਜਾਣ, ਮੈਂ ਰੱਬ ਨੂੰ ਦੇਖ ਸਕਾਂ, ਉਹਦੇ ਦਰਸ਼ਨ ਕਰ ਸਕਾਂ। ਤੇ ਕੀ ਗੱਲ ਹੈ ਕਿ ਹਰ ਇੱਕ ਇਨਸਾਨ ਇਹ ਚਾਹ ਰਿਹਾ ਹੈ, ਪਰ ਉਹਦੇ ਬਾਵਜੂਦ ਵੀ ਬਹੁਤਾਤ ਵਿੱਚ ਮੋਸਟਲੀ ਰੱਬ ਦੇ ਦਰਸ਼ਨ ਹੋ ਨਹੀਂ ਪਾ ਰਹੇ। ਤੇ ਜੇ ਨਹੀਂ ਹੋ ਪਾ ਰਹੇ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਕਮੀ ਹੈ, ਕਿਉਂਕਿ ਜੇ ਕਮੀ ਨਹੀਂ ਹੋਏਗੀ ਤੇ ਦੀਦਾਰ ਜ਼ਰੂਰ ਹੋਣਗੇ ਉਸ ਮਾਲਕ ਦੇ। ਦੀਦਾਰ ਦਾ ਕੀ ਭਾਵ ਹੈ, ਇਹਦਾ ਇੱਕ ਵੱਖਰਾ ਵਿਸ਼ਾ ਹੈ। ਦਰਸ਼ਨਾਂ ਦਾ ਕੀ ਭਾਵ ਹੈ? ਪਰ ਇੱਥੇ ਗੱਲ ਇਤਨੀ ਕੁ ਸਮਝਣ ਵਾਲੀ ਹੈ ਕਿ ਜੇਕਰ ਉਸ ਅਵਸਥਾ ਤੱਕ ਮੈਂ ਨਹੀਂ ਪਹੁੰਚ ਰਿਹਾ ਜਿੱਥੇ ਜਾ ਕੇ ਇਹ ਕਹਿ ਸਕਾਂ ਕਿ ਹਾਂ ਮੈਂ ਰੱਬ ਦੇ ਦੀਦਾਰ ਕੀਤੇ ਨੇ, ਤੇ ਇਹਦਾ ਸਿੱਧਾ ਜਿਹਾ ਭਾਵ ਇਹ ਨਿਕਲਦਾ ਹੈ ਕਿ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਹੈ, ਜਿਸ ਦੇ ਕਰਕੇ ਉਹ ਮਾਲਕ ਮੈਨੂੰ ਨਜ਼ਰੀ ਨਹੀਂ ਆ ਰਿਹਾ, ਮਾਲਕ ਦੇ ਦਰਸ਼ਨ ਮੈਨੂੰ ਨਹੀਂ ਹੋ ਰਹੇ। ਇਹ ਗੱਲ ਨੂੰ ਸਮਝਣਾ ਪਏਗਾ ਸਾਧ ਸੰਗਤ। ਕਿਤੇ ਬਾਣੀ ਪੜ੍ਹਦੇ ਆ ਨਾ, ਭਗਤ ਪਰਮਾਨੰਦ ਜੀ ਦਾ ਬੜਾ ਪਿਆਰਾ ਬਚਨ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਭਗਤ ਪਰਮਾਨੰਦ ਜੀ ਨੇ ਫਿਰ ਉਹ ਕਮੀਆਂ ਦੱਸੀਆਂ ਨੇ ਕਿ ਹੋ ਸਕਦਾ ਹੈ ਕਿ ਤੇਰੇ ਅੰਦਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਕੋਈ ਇੱਕ ਕਮੀ ਬੈਠੀ ਹੋਵੇ। ਉਹ ਸਿਰਫ ਉਹ ਇੱਕ ਕਮੀ ਹੀ ਤੈਨੂੰ ਉਸ ਮਾਲਕ ਦੇ ਨਾਲ ਮਿਲ ਨਹੀਂ ਦੇ ਰਹੀ। ਬਸ ਉਹ ਇੱਕ ਕਮੀ ਤੈਨੂੰ ਉਸ ਮਾਲਕ ਦੇ ਦੀਦਾਰ ਨਹੀਂ ਕਰ ਦੇਣ ਪਾ ਰਹੀ। ਬਚਨ ਬੜਾ ਪਿਆਰਾ ਜੀ ਭਗਤ ਪਰਮਾਨੰਦ ਜੀ ਦਾ। ਹੁਣ ਦੇਖੋ, ਇੱਕ ਮੰਨਿਆ ਗਿਆ ਹੈ ਕਿ ਇੱਕ ਪਾਰਸ ਹੈ, ਪਾਰਸ ਨੂੰ ਟੱਚ ਸਟੋਨ ਵੀ ਬੋਲਦੇ ਨੇ, ਫਿਲਾਸਫਰ ਸਟੋਨ ਵੀ ਬੋਲਦੇ ਨੇ। ਉਹਦੀ ਖਾਸੀਅਤ ਇਹ ਹੈ ਕਿ ਜੇਕਰ ਉਸ ਪਾਰਸ ਦੇ ਨਾਲ 8 ਧਾਤਾਂ ਦੇ ਵਿੱਚੋਂ 8 ਮੈਟਲਸ 8 ਧਾਤਾਂ ਦੇ ਵਿੱਚੋਂ ਕਿਸੇ ਇੱਕ ਧਾਤ ਨੂੰ ਪਾਰਸ ਦੇ ਨਾਲ ਟੱਚ ਕਰ ਦਿੱਤਾ ਜਾਏ ਤੇ ਉਹ ਪਾਰਸ ਉਸ ਧਾਤ ਨੂੰ, ਉਸ ਮੈਟਲ ਨੂੰ ਸੋਨੇ ਦੇ ਵਿੱਚ, ਗੋਲਡ ਵਿੱਚ ਕਨਵਰਟ ਕਰ ਸਕਦੀ ਹੈ। ਭਾਈ ਗੁਰਦਾਸ ਜੀ ਨੇ ਵੀ ਕਿਹਾ, ਕਹਿੰਦੇ ਪਾਰਸ ਪਰ ਉਪਕਾਰ ਕਰ, ਜਾਤ ਨਾ ਅਸ਼ਟ ਧਾਤ ਵਿਚਾਰੇ। ਜਿਹੜਾ ਪਾਰਸ ਹੈ ਉਹ ਸੋਨੇ ਦੇ ਵਿੱਚ ਕਨਵਰਟ ਕਰ ਦਿੰਦਾ ਹੈ 8 ਧਾਤਾਂ ਦੇ ਵਿੱਚੋਂ ਕਿਸੇ ਇੱਕ ਧਾਤ ਨੂੰ ਜੇਕਰ ਉਹਦੇ ਨਾਲ ਟੱਚ ਕੀਤਾ ਜਾਏ। ਸਪੋਜ਼ ਕਰ ਲਓ ਲੋਹੇ ਨੂੰ, ਆਇਰਨ ਨੂੰ ਪਾਰਸ ਦੇ ਨਾਲ ਟੱਚ ਕਰਾਂਗੇ ਤਾਂ ਉਹ ਸੋਨੇ ਦੇ ਵਿੱਚ ਕਨਵਰਟ ਜ਼ਰੂਰ ਹੋ ਜਾਏਗਾ। ਪਰ ਜੇਕਰ ਪਾਰਸ ਦੇ ਉੱਤੇ ਇੱਕ ਛੋਟਾ ਜਿਹਾ ਪਤਲਾ ਜਿਹਾ ਇੱਕ ਪੇਪਰ, ਪੀਸ ਆਫ ਪੇਪਰ ਰੱਖ ਦਿੱਤਾ ਜਾਏ, ਉਸ ਪੇਪਰ ਦੇ ਉੱਤੇ ਲੋਹੇ ਦਾ ਇੱਕ ਟੁਕੜਾ ਰੱਖ ਦਿੱਤਾ ਜਾਵੇ, ਫਿਰ ਧਿਆਨ ਦਿਓ,
ਪਾਰਸ ਹੋਵੇ, ਪਾਰਸ ਦੇ ਉੱਤੇ ਇੱਕ ਪੀਸ ਆਫ ਪੇਪਰ, ਛੋਟਾ ਜਿਹਾ ਇੱਕ ਕਾਗਜ਼ ਦਾ ਟੁਕੜਾ ਰੱਖ ਦਿੱਤਾ ਜਾਵੇ ਤੇ ਉਸ ਟੁਕੜੇ ਦੇ ਉੱਤੇ, ਕਾਗਜ਼ ਦੇ ਉੱਤੇ ਲੋਹੇ ਦਾ ਕੋਈ ਟੁਕੜਾ ਰੱਖ ਦਿੱਤਾ ਜਾਏ, ਲੋਹਾ ਰੱਖ ਦਿੱਤਾ ਜਾਵੇ। ਇਸੇ ਤਰ੍ਹਾਂ ਉਹ ਭਾਵੇਂ 5 ਸਾਲ ਪਏ ਰਹਿਣ, 10 ਸਾਲ ਪਏ ਰਹਿਣ, ਚਾਹੇ ਕਈ 100 ਸਾਲ ਵੀ ਕਿਉਂ ਨਾ ਪਏ ਰਹਿਣ, ਉਹ ਲੋਹਾ ਸੋਨੇ ਵਿੱਚ ਕਨਵਰਟ ਨਹੀਂ ਹੋ ਸਕਦਾ। ਰੀਜ਼ਨ ਕੀ ਹੈ ਕਿ ਪਾਰਸ ਤੇ ਲੋਹੇ ਦੇ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਆ ਗਿਆ। ਉਸ ਕਾਗਜ਼ ਦੇ ਟੁਕੜੇ ਨੇ ਲੋਹੇ ਨੂੰ ਸੋਨੇ ਵਿੱਚ ਕਨਵਰਟ ਹੋਣ ਤੋਂ ਰੋਕ ਦਿੱਤਾ ਹੈ। ਉਹ ਇੱਕ ਰੁਕਾਵਟ ਉਹਦੇ ਅੱਗੇ ਖੜੀ ਹੋ ਗਈ ਹੈ, ਜਿਹਦੇ ਕਰਕੇ ਉਹ ਸੋਨਾ ਨਹੀਂ ਬਣ ਪਾ ਰਿਹਾ। ਜਿਸ ਸਮੇਂ ਹੀ ਤੁਸੀਂ ਉਸ ਕਾਗਜ਼ ਦੇ ਟੁਕੜੇ ਨੂੰ ਬਾਹਰ ਕੱਢ ਦਿਓਗੇ, ਲੋਹਾ ਜਿਹੜਾ ਹੈ ਉਹ ਪਾਰਸ ਦੇ ਨਾਲ ਟੱਚ ਕਰੇਗਾ ਤੇ ਟੱਚ ਹੁੰਦੇ ਹੀ ਉਹ ਸੋਨੇ ਵਿੱਚ ਕਨਵਰਟ ਹੋ ਜਾਏਗਾ। ਬਸ ਗੱਲ ਇੰਨੀ ਕੁ ਹੈ। ਜੇ ਮਾਲਕ ਨਹੀਂ ਮਿਲ ਰਿਹਾ, ਮਾਲਕ ਦੇ ਦੀਦਾਰ ਨਹੀਂ ਹੋ ਪਾ ਰਹੇ, ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਬਸ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਕਾਗਜ਼ ਨੇ ਸੋਨਾ ਨਹੀਂ ਬਣ ਦਿੱਤਾ ਨਾ, ਬਿਲਕੁਲ ਉਸੇ ਤਰ੍ਹਾਂ ਤੇਰੇ ਅੰਦਰ ਕੋਈ ਨਾ ਕੋਈ ਕਮੀ ਹੈ ਜਿਸ ਦੇ ਕਰਕੇ ਤੈਨੂੰ ਉਸ ਮਾਲਕ ਦੇ ਦੀਦਾਰ ਨਹੀਂ ਹੋ ਪਾ ਰਹੇ। ਤੇ ਕਮੀ ਕਿਹੜੀ ਹੈ? ਹੁਣ ਇੱਥੇ ਆਪਾਂ ਕਹਾਂਗੇ ਜੀ ਅਸੀਂ ਤਾਂ ਬਾਣੀ ਵੀ ਪੜ੍ਹਦੇ ਹਾਂ, ਕੀਰਤਨ ਵੀ ਸਰਵਣ ਕਰਦੇ ਹਾਂ, ਧਾਰਮਿਕ ਦੀਵਾਨ ਸੱਜਦੇ ਨੇ, ਉਹਨਾਂ ਦੀਵਾਨਾਂ ਦੇ ਵਿੱਚ ਜਾ ਕੇ ਵੀ ਹਾਜ਼ਰੀ ਭਰਦੇ ਹਾਂ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਿਹੜੀ ਕਮੀ ਰਹਿ ਗਈ ਜਿਹਦੇ ਕਰਕੇ ਮਾਲਕ ਨਹੀਂ ਮਿਲਦਾ ਪਿਆ? ਮੈਂ ਤਾਂ ਕਿਤੇ ਨਾ ਕਿਤੇ ਲੰਗਰ ਵੀ ਲਵਾ ਦਿੰਦਾ, ਮੈਂ ਤਾਂ ਕਿਸੇ ਦੀ ਸੇਵਾ ਵੀ ਕਰ ਦਿੰਦਾ, ਪਰ ਫਿਰ ਵੀ ਕਿਹੜੀ ਐਸੀ ਕਮੀ ਰਹਿ ਗਈ ਜਿਹਦੇ ਕਰਕੇ ਮਾਲਕ ਨਹੀਂ ਮਿਲ ਰਿਹਾ? ਖਿਆਲ ਕਰਿਓ ਸਾਧ ਸੰਗਤ, ਬਾਣੀ ਪੜ੍ਹਨੀ, ਸਾਧ ਸੰਗਤ ਦੇ ਵਿੱਚ ਆਣ ਕੇ ਬੈਠਣਾ, ਕੀਰਤਨ ਸਰਵਣ ਕਰਨਾ, ਲੰਗਰ ਦੇ ਵਿੱਚ ਸੇਵਾ ਕਰਨੀ, ਕਿਸੇ ਲੋੜਵੰਦ ਦੀ ਸੇਵਾ ਕਰਨੀ, ਇਹ ਸਾਰੇ ਚੰਗੇ ਕਰਮ ਨੇ, ਹਰ ਇੱਕ ਨੂੰ ਕਰਨੇ ਚਾਹੀਦੇ ਨੇ, ਬਹੁਤ ਜ਼ਰੂਰੀ ਨੇ ਜੀਵਨ ਵਾਸਤੇ। ਪਰ ਇਹਦੇ ਬਾਵਜੂਦ ਵੀ ਕਿਉਂਕਿ ਧਾਰਮਿਕ ਕਰਮ ਕਰਦਿਆਂ ਸਾਡੇ ਅੰਦਰ ਕੁਝ ਐਸੀਆਂ ਕਮੀਆਂ ਇੱਕ ਜਾਂ ਇੱਕ ਤੋਂ ਵੱਧ ਕੇ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ। ਬਾਬਾ ਫਰੀਦ ਜੀ ਦਾ ਸ਼ਲੋਕ ਸ਼ਾਇਦ ਤੁਹਾਨੂੰ ਯਾਦ ਹੋਏਗਾ। ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਕਹਿੰਦੇ ਇਨਸਾਨ ਦੀ ਇੱਕ ਐਸੀ ਸੋਚ ਬਣ ਗਈ ਹੈ, ਐਸੀ ਮਾਨਸਿਕਤਾ, ਮੈਂਟੈਲਿਟੀ ਬਣ ਗਈ ਹੈ ਕਿ ਇਹ ਕਿਸੇ ਦੂਜੇ ਦੇ ਅੰਦਰੋਂ ਕਮੀਆਂ ਲੱਭਦਾ ਹੈ, ਕਿਸੇ ਦੂਜੇ ਦੇ ਅੰਦਰੋਂ ਇਹ ਕਮੀਆਂ ਲੱਭਦਾ ਹੈ। ਪਰ ਬਾਬਾ ਫਰੀਦ ਜੀ ਕਹਿੰਦੇ ਬੜੀ ਚੰਗੀ ਗੱਲ ਹੋਏ ਜੇਕਰ ਕਿਸੇ ਦੂਜੇ ਦੇ ਅੰਦਰੋਂ ਕਮੀਆਂ ਲੱਭਣ ਦੀ ਬਜਾਏ ਆਪਣੇ ਅੰਦਰ ਨੂੰ ਖੋਜਣਾ ਸ਼ੁਰੂ ਕਰਦਾ ਹੈ, ਆਪਣੇ ਅੰਦਰੋਂ ਕਮੀਆਂ ਲੱਭਣੀਆਂ ਸ਼ੁਰੂ ਕਰਦਾ ਹੈ। ਜਿਸ ਦਿਨ ਇਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਨਾ, ਜਿਸ ਦਿਨ ਇਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ, ਕਮੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਿਨ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਮੇਲ ਜ਼ਰੂਰ ਹੋਏਗਾ। ਭਗਤ ਪਰਮਾਨੰਦ ਜੀ ਦਾ ਬਚਨ ਕੀ ਕਹਿੰਦੇ ਨੇ? ਕਹਿੰਦੇ ਤੈ ਨਰ ਕਿਆ ਪੁਰਾਣ ਸੁਣ ਕੀਨਾ। ਸੇਮ ਸਿਚੁਏਸ਼ਨ ਸਾਡੀ, ਮੈਂ ਵੀ ਵਿੱਚ ਹੀ ਆ ਜੀ। ਤੈ ਨਰ ਕਿਆ ਪੁਰਾਣ ਸੁਣ ਕੀਨਾ। ਪੁਰਾਣ ਦਾ ਮਤਲਬ ਹੈ ਜੀ ਇੱਥੇ ਧਾਰਮਿਕ ਗ੍ਰੰਥ। ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧ ਰੱਖਦਾ ਹੋਵੇ, ਕੋਈ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਹੋਵੇ, ਕੋਈ ਹਿੰਦੂ ਧਰਮ ਨਾਲ, ਕੋਈ ਕ੍ਰਿਸਚੈਨਿਟੀ ਦੇ ਨਾਲ, ਕੋਈ ਜੈਨਿਜ਼ਮ ਦੇ ਨਾਲ, ਕੋਈ ਬੁੱਧਿਜ਼ਮ ਦੇ ਨਾਲ, ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਗ੍ਰੰਥ ਨੇ ਤੇ ਹਰ ਕੋਈ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਮੰਨਦਾ ਵੀ ਹੈ। ਜਿਵੇਂ ਆਪਣੀ ਗੱਲ ਕਰੀਏ ਤੇ ਸਾਡੇ ਵਾਸਤੇ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਤੇ ਭਗਤ ਪਰਮਾਨੰਦ ਜੀ ਕਹਿੰਦੇ ਭਲਿਆ ਤੂੰ ਧਾਰਮਿਕ ਗ੍ਰੰਥਾਂ ਦਾ ਪਾਠ ਸੁਣਿਆ ਵੀ ਹੈ, ਪੜ੍ਹਿਆ ਵੀ ਹੈ, ਪਰ ਮੈਂ ਜਦੋਂ ਤੇਰੇ ਜੀਵਨ ਨੂੰ ਦੇਖਦਾ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਪੜ੍ਹੇ ਸੁਣੇ ਦਾ ਤੇਰੇ ਉੱਤੇ ਕੋਈ ਅਸਰ ਹੋਇਆ ਹੋਵੇ। ਮੈਨੂੰ ਨਹੀਂ ਲੱਗਦਾ ਕਿ ਉਹ ਪੜ੍ਹੇ ਸੁਣੇ ਦੇ ਨਾਲ ਤੇਰੇ ਜੀਵਨ ਦੇ ਵਿੱਚ ਕੋਈ ਚੇਂਜ ਆਇਆ ਹੋਏ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ। ਅਗਲੇ ਬਚਨ ਪੜੋ। ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਆ ਸਾਰੀਆਂ ਕਮੀਆਂ ਨੇ, ਧਿਆਨ ਰੱਖਿਓ। ਇਹ ਲਿਸਟ ਇੱਕ ਭਗਤ ਪਰਮਾਨੰਦ ਜੀ ਨੇ ਸਾਡੇ ਸਾਹਮਣੇ ਰੱਖ ਦਿੱਤੀ। ਕਹਿੰਦੇ ਹੁਣ ਆਹ ਲਿਸਟ ਮੈਂ ਤੇਰੇ ਸਾਹਮਣੇ ਰੱਖਦਾ ਤੇ ਇਹਨੂੰ ਦੇਖ ਕੇ ਤੂੰ ਆਪਣੇ ਆਪ ਨੂੰ ਖੋਜ, ਆਪਣੇ ਅੰਦਰ ਝਾਤ ਮਾਰ। ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ
ਆਪਣੇ ਅੰਦਰ ਦੇਖ, ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਲੋਕਾਂ ਦੀ ਨਜ਼ਰ ਦੇ ਵਿੱਚ ਤੂੰ ਚੰਗਾ ਹੋ ਸਕਦਾ ਹੈ, ਪਰ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਦੇਖ ਤੂੰ ਕਿੱਥੇ ਜੇ ਸਟੈਂਡ ਕਰਦਾ ਪਿਆ ਹੈ। ਭਗਤ ਪਰਮਾਨੰਦ ਜੀ ਨੇ ਇਹ ਲਿਸਟ ਸਾਡੇ ਸਾਹਮਣੇ ਰੱਖ ਦਿੱਤੀ। ਕਹਿੰਦੇ ਹੁਣ ਇਸ ਲਿਸਟ ਨੂੰ ਦੇਖੋ, ਪੜ੍ਹੋ, ਵਿਚਾਰੋ, ਤੇ ਵਿਚਾਰ ਕੇ ਥੋੜ੍ਹਾ ਜਿਹਾ ਓਨੈਸਟਲੀ ਆਪਣੇ ਅੰਦਰ ਨੂੰ ਖੋਜੋ ਕਿ ਇਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਮੇਰੇ ਅੰਦਰ ਬੈਠੀ ਹੋਈ ਹੈ। ਕਿਉਂਕਿ ਜਿੰਨਾ ਮੈਂ ਆਪਣੇ ਆਪ ਨੂੰ ਜਾਣਦਾ, ਕੋਈ ਦੂਜਾ ਮੈਨੂੰ ਨਹੀਂ ਜਾਣ ਸਕਦਾ। ਜਿੰਨਾ ਮੈਨੂੰ ਆਪਣੇ ਬਾਰੇ ਪਤਾ ਹੈ, ਕੋਈ ਦੂਜਾ ਮੇਰੇ ਬਾਰੇ ਉਹਨਾਂ ਨਹੀਂ ਜੀ ਕਿਸੇ ਨੂੰ ਦੱਸ ਸਕਦਾ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਾਣਦਾ। ਤੇ ਹੁਣ ਲਿਸਟ ਮੇਰੇ ਸਾਹਮਣੇ ਹੈ। ਕੀ ਕਹਿੰਦੇ ਨੇ ਭਗਤ ਪਰਮਾਨੰਦ ਜੀ? ਕਹਿੰਦੇ ਕਾਮ ਨਾ ਵਿਸਰਿਓ। ਕਾਮ, ਲਸਟ ਤੇਰੇ ਅੰਦਰ ਬੈਠਾ ਹੋਇਆ ਹੈ। ਕ੍ਰੋਧ ਨਾ ਵਿਸਰਿਓ, ਗੁੱਸਾ ਤੈਨੂੰ ਹਰ ਇੱਕ ਨਿੱਕੀ ਜਿਹੀ ਗੱਲ ਤੇ ਆ ਜਾਂਦਾ ਹੈ। ਲੋਭ ਨਾ ਛੂਟਿਓ ਦੇਵਾ, ਲਾਲਚ ਤਾਂ ਤੇਰੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਤੂੰ ਮਾਇਆ ਇਕੱਠੀ ਕਰਨੀ ਚਾਹੁੰਦਾ ਹੈ। ਲਾਲਚ ਤੋਂ ਇਲਾਵਾ, ਮਾਇਆ ਤੋਂ ਇਲਾਵਾ ਤੈਨੂੰ ਨਜ਼ਰ ਕੁਝ ਨਹੀਂ ਆਉਂਦਾ। ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਪਈ ਸਭ ਸੇਵਾ। ਭਗਤ ਪਰਮਾਨੰਦ ਜੀ ਕਹਿੰਦੇ ਆ ਨਿੰਦਾ, ਤੇਰਾ ਐਸਾ ਕੋਈ ਦਿਨ ਬਤੀਤ ਨਹੀਂ ਹੁੰਦਾ ਜਿਸ ਦਿਨ ਤੂੰ ਕਿਸੇ ਦੀ ਨਿੰਦਾ ਨਾ ਕੀਤੀ ਹੋਵੇ। ਇਸ ਨਿੰਦਾ ਦੇ ਵਿੱਚ ਤੂੰ ਐਨਗ੍ਰੋਸ ਹੋਇਆ ਪਿਆ ਪੂਰੀ ਤਰ੍ਹਾਂ। ਇੰਨਾ ਕੋ ਰਸ ਤੈਨੂੰ ਨਿੰਦਾ ਦਾ ਆਉਂਦਾ ਹੈ ਕਿ ਇਸ ਤੋਂ ਬਿਨਾਂ ਰਹਿ ਹੀ ਨਹੀਂ ਪਾਉਂਦਾ ਤੂੰ। ਹੋ ਸਕਦਾ ਕਿ ਤੈਨੂੰ ਇੱਕ ਟਾਈਮ ਕਿਤੇ ਪ੍ਰਸ਼ਾਦਾ ਨਾ ਮਿਲੇ, ਤੂੰ ਸਬਰ ਕਰ ਜਾਏ, ਪਰ ਜਦੋਂ ਤੱਕ ਕਿਸੇ ਦੀ ਨਿੰਦਾ ਨਾ ਕਰ ਪਾਵੇਂ ਉਦੋਂ ਤੱਕ ਤੈਨੂੰ ਚੈਨ ਨਹੀਂ ਆਉਂਦਾ, ਟਿਕਾ ਹੀ ਨਹੀਂ ਆਉਂਦਾ। ਤੇ ਕਿਤੇ ਦੇਖ ਆਪਣੇ ਅੰਦਰ ਝਾਤ ਮਾਰ ਕੇ ਕਿ ਇਹ ਨਿੰਦਾ ਵਾਲੀ ਕਮੀ ਤੇਰੇ ਅੰਦਰ ਤੇ ਨਹੀਂ ਬੈਠੀ ਹੋਈ ਕਿਤੇ। ਬਾਣੀ ਤੂੰ ਪੜ੍ਹਦਾ ਪਿਆ ਹੈ, ਕਈ ਸਾਲ ਬਤੀਤ ਹੋ ਗਏ ਨੇ ਬਾਣੀ ਪੜ੍ਹਦਿਆਂ, ਧਾਰਮਿਕ ਕਰਮ ਕਰਦਿਆਂ, ਸੇਵਾ ਕਰਦਿਆਂ, ਪਰ ਕਿਤੇ ਦੇਖ ਆ ਨਿੰਦਾ ਅਜੇ ਵੀ ਤੇਰੇ ਅੰਦਰ ਬੈਠੀ ਹੋਈ ਹੈ ਕਿ ਨਹੀਂ। ਜੇ ਬੈਠੀ ਹੈ ਇਹੀ ਕਮੀ ਹੈ। ਜੇ ਤੂੰ ਕਾਮ ਦੇ ਵਿੱਚ ਗ੍ਰਸਤ ਹੋਇਆ ਪਿਆ ਹੈ, ਇਹੀ ਕਮੀ ਹੈ। ਜੇ ਤੈਨੂੰ ਹਰ ਇੱਕ ਨਿੱਕੀ ਜਿਹੀ ਗੱਲ ਦੇ ਉੱਤੇ ਗੁੱਸਾ ਆ ਰਿਹਾ ਹੈ, ਭਗਤ ਪਰਮਾਨੰਦ ਜੀ ਕਹਿੰਦੇ ਇਹ ਵੀ ਇੱਕ ਕਮੀ ਹੈ। ਜੇਕਰ ਤੂੰ ਸੋਚਦਾ ਹੈ ਕਿ ਮੇਰੇ ਗਵਾਂਢੀ ਦੇ ਕੋਲ ਜੋ ਹੈ ਉਹ ਵੀ ਮੇਰੇ ਕੋਲ ਆ ਜਾਏ, ਉਹਦਾ ਪਲਾਟ ਜਿਹੜਾ ਹੈ ਉਹ ਮੇਰੇ ਨਾਂ ਹੋ ਜਾਏ, ਇਹ ਲਾਲਚ ਹੈ। ਤੇ ਇਹ ਲਾਲਚ ਵੀ ਇੱਕ ਕਮੀ ਹੈ ਜਿਹੜੀ ਤੈਨੂੰ ਮਾਲਕ ਦੇ ਨਾਲ ਨਹੀਂ ਮਿਲ ਦਿੰਦੀ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਤੇ ਅਗਲਾ ਵਚਨ ਪਤਾ ਕੀ ਕਹਿੰਦੇ ਭਗਤ ਪਰਮਾਨੰਦ ਜੀ? ਕਹਿੰਦੇ ਦੇਖ ਬਾਟ ਪਾਰ ਘਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਕਿਸੇ ਨੂੰ ਧੋਖਾ ਦੇਣਾ, ਆਪਣੇ ਬੈਨੀਫਿਟ ਵਾਸਤੇ ਕਿਸੇ ਦਾ ਹੱਕ ਮਾਰ ਲੈਣਾ ਜਾਂ ਕਿਸੇ ਨੂੰ ਧੋਖਾ ਦੇ ਦੇਣਾ, ਧੋਖੇ ਦੇ ਨਾਲ ਕਿਸੇ ਦੀ ਮਾਇਆ ਠੱਗ ਲੈਣੀ। ਅੱਜ ਕੱਲ੍ਹ ਬੜਾ ਕੁਝ ਹੁੰਦਾ ਪਿਆ ਸਾਧ ਸੰਗਤ, ਤੁਹਾਨੂੰ ਵੀ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਫੋਨ ਤਾਂ ਜ਼ਰੂਰ ਆਉਂਦਾ ਹੋਏਗਾ, ਜਿਹੜੇ ਸਕੈਮ ਚੱਲਦੇ ਨੇ, ਫੋਨ ਆਉਂਦਾ ਹੋਏਗਾ ਜ਼ਰੂਰ। ਬੜੀ ਤਰ੍ਹਾਂ ਦੇ ਲਾਲਚ ਤੋਂ ਕਹਿ ਦਿੱਤਾ ਜਾਂਦਾ ਹੈ ਤੁਹਾਡੀ ਲੋਟਰੀ ਨਿਕਲੀ ਹੈ, ਇਹ ਸਟੈਪ ਫੋਲੋ ਕਰੋ, ਤੁਹਾਡਾ ਇਨਾਮ ਤੁਹਾਨੂੰ ਮਿਲ ਜਾਏਗਾ। ਤੇ ਜੇ ਕੋਈ ਵਿਚਾਰਾ ਭੋਲਾ ਉਹਨਾਂ ਦੇ ਪਿੱਛੇ ਲੱਗ ਕੇ ਸਟੈਪ ਫੋਲੋ ਕਰਦਾ ਹੈ ਤੇ ਜਿਹੜੇ 4 ਪੈਸੇ ਹੁੰਦੇ ਨੇ ਉਹ ਵੀ ਗਵਾ ਕੇ ਬੈਠ ਜਾਂਦਾ ਹੈ। ਕਹਿੰਦੇ ਬਾਟ ਪਾਰ ਘਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ, ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ। ਤੂੰ ਉਹ ਆਪਣੇ ਜੀਵਨ ਦੇ ਵਿੱਚ ਕਰਮ ਕਰਦਾ ਪਿਆ ਮੂਰਖਤਾ ਵਾਲੇ, ਜਿਨ੍ਹਾਂ ਨੂੰ ਕਰਨ ਕਰਕੇ ਇਸ ਸੰਸਾਰ ਤੋਂ ਬਾਅਦ ਉੱਥੇ ਤੇਰੀ ਬਦਨਾਮੀ ਹੋਏਗੀ, ਉੱਥੇ ਤੈਨੂੰ ਮਾਣ ਸਤਿਕਾਰ ਨਹੀਂ ਮਿਲਣਾ। ਇਹੋ ਜਿਹੇ ਕਰਮ ਤੂੰ ਇਸ ਦੁਨੀਆ ਦੇ ਵਿੱਚ ਕਰਦਾ ਪਿਆ ਹੈ। ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ। ਤੇ ਭਗਤ ਪਰਮਾਨੰਦ ਜੀ ਨੇ ਨਾ ਜੀ ਫਿਰ ਬੜਾ ਪਿਆਰਾ ਇੱਕ ਅਰਜ਼ੋਈ ਕੀਤੀ ਮਾਲਕ ਦੇ ਚਰਨਾਂ ਦੇ ਵਿੱਚ। ਪਤਾ ਕੀ ਕਹਿੰਦੇ ਨੇ? ਕਹਿੰਦੇ ਮਾਲਕ ਮੈਂ ਤੇਰੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਾਂ, ਰਹਿਮਤ ਕਰ ਮੇਰੇ ਉੱਤੇ ਕਿ ਮੈਨੂੰ ਸਾਧ ਸੰਗਤ ਦਾ ਮਿਲਾਪ ਪ੍ਰਾਪਤ ਹੋ ਜਾਏ, ਮੈਨੂੰ ਸਾਧ ਸੰਗਤ ਦਾ ਮਿਲਾਪ ਪ੍ਰਾਪਤ ਹੋ ਜਾਏ। ਤੇ ਸਾਧ ਸੰਗਤ ਦੇ ਵਿੱਚ ਆਣ ਕੇ ਕਰਨਾ ਵੀ ਕੀ ਹੈ? ਲਾਸਟ ਪੰਕਤੀ ਪੜ੍ਹ ਕੇ ਦੇਖਿਓ ਪਾਵਨ ਬਚਨ ਦੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਕਹਿੰਦੇ ਸਾਧ ਸੰਗਤ ਤੈਨੂੰ ਬਖਸ਼ਿਸ਼ ਕੀਤੀ ਮੈਂ, ਪਰ ਹੋਇਆ ਕੀ ਕਿ ਸਾਧ ਸੰਗਤ ਵਿੱਚ ਆ ਕੇ ਉਸ ਮਾਲਕ ਦੀ ਯਾਦ ਵਿੱਚ ਜੁੜਨਾ ਸੀ ਨਾ ਸੰਗਤ ਵਿੱਚ ਆਣ ਕੇ, ਪਰ ਸਾਧ ਸੰਗਤ ਵਿੱਚ ਆਣ ਕੇ ਵੀ ਉਸ ਮਾਲਕ ਦੀ ਯਾਦ ਵਿੱਚ ਜੁੜਨ ਦੀ ਬਜਾਏ
ਤੇਰੀਆਂ ਆਪਣੀਆਂ ਗੱਲਾਂ ਹੀ ਨਹੀਂ ਖਤਮ ਹੋਈਆਂ। ਇੱਥੇ ਆਣ ਕੇ ਵੀ ਤੂੰ ਕੰਨ ਦੇ ਨਾਲ ਕੰਨ ਜੋੜ ਕੇ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਕੀਰਤਨ ਹੋ ਰਿਹਾ ਹੁੰਦਾ ਹੈ ਜਾਂ ਪਾਠ ਹੋ ਰਿਹਾ ਹੁੰਦਾ ਹੈ ਤੇ ਸਾਊਂਡ ਆਨ ਹੁੰਦਾ ਹੈ ਨਾ ਜੀ, ਸਪੀਕਰ ਆਨ ਹੁੰਦਾ ਹੈ, ਤੇ ਆਵਾਜ਼ ਫਿਰ ਨਹੀਂ ਧਿਆਨ ਦੇ ਨਾਲ ਸੁਣੀ ਜਾਂਦੀ। ਥੋੜ੍ਹਾ ਦੂਰ ਬੈਠੇ ਹੋਈਏ ਤੇ ਫਿਰ ਨਾ ਲਾਗ ਹੀ ਹੋਣਾ ਪੈਂਦਾ ਹੈ ਥੋੜ੍ਹਾ ਜਿਹਾ। ਭਗਤ ਪਰਮਾਨੰਦ ਜੀ ਕਹਿੰਦੇ ਤੈਨੂੰ ਮੌਕਾ ਮਿਲਿਆ ਸਾਧ ਸੰਗਤ ਵਿੱਚ ਆਣ ਕੇ ਉਸ ਮਾਲਕ ਦੀ ਉਸਤਤ ਕਰਨ ਦਾ, ਉਸ ਮਾਲਕ ਦੀ ਉਸਤਤ ਸਰਵਣ ਕਰਨ ਦਾ, ਪਰ ਉਹਦੀ ਬਜਾਏ ਤੂੰ ਆਪਣੀਆਂ ਗੱਲਾਂ ਲੈ ਕੇ ਬੈਠ ਗਿਆ। ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ, ਤੂੰ ਇੱਥੇ ਆਣ ਕੇ ਵੀ ਕਹਿੰਦੇ ਕੋਈ ਉਸ ਮਾਲਕ ਦੀ ਵਡਿਆਈ ਨਹੀਂ ਕੀਤੀ। ਤੇ ਜੇ ਨਹੀਂ ਕਰਦਾ ਪਿਆ ਤੇ ਇਹਦਾ ਮਤਲਬ ਹੈ ਕਿ ਫਿਰ ਉਸ ਮਾਲਕ ਦਾ ਦੀਦਾਰ ਹੋ ਹੀ ਨਹੀਂ ਸਕਦਾ। ਜੇਕਰ ਆ ਸਾਰੀਆਂ ਕਮੀਆਂ ਸਾਡੇ ਅੰਦਰ ਬੈਠੀਆਂ ਹੋਈਆਂ ਨੇ, ਜੇਕਰ ਕਾਮ ਦੇ ਵਿੱਚ ਫਸੇ ਪਏ ਆ, ਕ੍ਰੋਧ ਦੇ ਵਿੱਚ ਫਸੇ ਪਏ ਆ, ਈਰਖਾ ਨਿੰਦਾ ਚੁਗਲੀ ਦੇ ਵਿੱਚ ਫਸੇ ਪਏ ਆ, ਤੇ ਸਾਧ ਸੰਗਤ ਫਿਰ ਭਗਤ ਪਰਮਾਨੰਦ ਜੀ ਕਹਿੰਦੇ ਉਸ ਮਾਲਕ ਦੇ ਨਾਲ ਮਿਲਾਪ ਹੋਣਾ ਮੁਸ਼ਕਲ ਹੈ, ਨਹੀਂ ਹੋ ਸਕਦਾ ਜਦੋਂ ਤੱਕ ਇਹ ਕਮੀਆਂ ਅੰਦਰ ਮੌਜੂਦ ਨੇ। ਜਿਸ ਦਿਨ ਇਹਨਾਂ ਕਮੀਆਂ ਨੂੰ ਅਸੀਂ ਦੂਰ ਕਰਨਾ ਸ਼ੁਰੂ ਕਰ ਦਿੱਤਾ, ਕਿਸੇ ਦੇ ਔਗਣ ਫਰੋਲਣ ਦੀ ਬਜਾਏ ਆਪਣੇ ਔਗਣਾਂ ਨੂੰ ਪਹਿਚਾਨਣਾ ਸ਼ੁਰੂ ਕਰ ਦਿੱਤਾ, ਤੇ ਪਹਿਚਾਨ ਕਰਨ ਤੋਂ ਬਾਅਦ ਉਹਨਾਂ ਨੂੰ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਦੂਰ ਕਰਾਂ, ਤੇ ਸਾਧ ਸੰਗਤ ਦੀ ਮਿਲਾਪ ਉਸੇ ਦਿਨ ਹੋ ਜਾਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਨਾ ਜੀ ਸਿੱਖ ਆਏ, ਭਾਈ ਪੁਰੀਆ ਤੇ ਭਾਈ ਚੂਹੜ। ਇਹ ਆਪਣੇ ਪਿੰਡ ਦੇ ਚੌਧਰੀ ਨੇ। ਜਿਸ ਨੂੰ ਆਪਣੀ ਕਮੀ ਨਜ਼ਰ ਆ ਗਈ ਨਾ ਸਾਧ ਸੰਗਤ, ਜਿਸ ਨੂੰ ਪਤਾ ਲੱਗ ਗਿਆ ਕਿ ਇਹ ਔਗਣ ਮੇਰੇ ਅੰਦਰ ਬੈਠਾ ਹੋਇਆ ਹੈ, ਯਾਦ ਰਹੇ ਉਹ ਉਸ ਮਾਰਗ ਤੇ ਚੱਲ ਪਿਆ ਜਿਸ ਮਾਰਗ ਤੇ ਚੱਲ ਕੇ ਉਹ ਮਾਲਕ ਨੂੰ ਪਾ ਸਕਦਾ ਹੈ। ਤੇ ਜਿਸ ਨੂੰ ਆਪਣੀ ਨਜ਼ਰ ਦੇ ਵਿੱਚ ਆਪਣੇ ਤੋਂ ਚੰਗਾ ਨਜ਼ਰ ਹੀ ਕੋਈ ਨਹੀਂ ਨਾ ਆਂਦਾ, ਖਿਮਾ ਕਰਨਾ ਉਹ ਨਹੀਂ ਜੇ ਮਾਲਕ ਨੂੰ ਪਾ ਸਕਦਾ। ਇਹ ਦੋਨੋਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਏ, ਪਿੰਡ ਦੇ ਚੌਧਰੀ ਨੇ, ਤੇ ਆਣ ਕੇ ਬੇਨਤੀ ਕੀਤੀ ਗੁਰੂ ਚਰਨਾਂ 'ਚ। ਇਹਨਾਂ ਨੇ ਪਤਾ ਕੀ ਕਿਹਾ? ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਜੀਵਨ ਦਾ ਉਧਾਰ ਹੋ ਜਾਏ, ਮਤਲਬ ਜੀਵਨ ਸਫਲ ਹੋ ਜਾਏ, ਐਸਾ ਉਪਦੇਸ਼ ਬਖਸ਼ੋ। ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਸਤਿਗੁਰੂ ਜੀ ਜਿਹੜੀ ਸਾਡੀ ਆਕੂਪੇਸ਼ਨ ਹੈ, ਜਿਹੜਾ ਅਸੀਂ ਕੰਮ ਕਰਦੇ, ਅਸੀਂ ਚੌਧਰੀ ਹਾਂ ਪਿੰਡ ਦੇ, ਚੌਧਰੀ ਕਹਿ ਲਈਏ ਜੀ, ਲੀਡਰ ਹਾਂ, ਤੇ ਲੀਡਰੀ ਕਰਦੇ ਹਾਂ, ਚੌਧਰੀ ਕਰਦੇ ਹਾਂ, ਚੌਧਰਪੁਣਾ ਕਰਦੇ ਹਾਂ, ਝੂਠ ਬੜਾ ਬੋਲਿਆ ਜਾਂਦਾ ਹੈ, ਝੂਠ ਬੜਾ ਬੋਲਿਆ ਜਾਂਦਾ। ਮੈਂ ਕਹਿੰਦਾ ਜੀ ਇਹ ਗੱਲ ਪ੍ਰਵਾਨ ਕਰ ਲੈਣੀ ਕਿ ਮਾਲਕ ਜੀ ਮੇਰੇ ਅੰਦਰ ਆਹ ਕਮੀ ਹੈ। ਬੜਾ ਵੱਡਾ ਜਿਗਰਾ ਚਾਹੀਦਾ ਹੈ ਆਪਣੀ ਕਮੀ ਨੂੰ ਪ੍ਰਵਾਨ ਕਰਨ ਦੇ ਲਈ। ਨਹੀਂ ਤੇ ਕੋਈ ਤੁਹਾਨੂੰ ਕਹਿ ਦੇਵੇ ਨਾ ਕਿਤੇ ਮਾੜਾ ਜਿਹਾ, ਕਿਤੇ ਵੈਸੇ ਹੀ ਮਜ਼ਾਕ ਦੇ ਵਿੱਚ ਵੀ ਕਹਿ ਦੇਵੇ ਕਿ ਤੂੰ ਬੰਦਾ ਚੰਗਾ ਨਹੀਂ, ਤੇ ਸਾਧ ਸੰਗਤ ਅਸੀਂ ਉਹਨੂੰ ਇੱਕ ਦੀਆਂ ਕਈ ਸੁਣਾ ਦਿੰਦੇ ਆ, ਉਹਦੇ ਗੱਲ ਪੈਣ ਤੱਕ ਜਾਣਾ, ਤੂੰ ਹੁੰਦਾ ਕੌਣ ਹੈ ਮੈਨੂੰ ਮਾੜਾ ਕਹਿਣ ਵਾਲਾ? ਬੰਦਾ ਸੁਣਨਾ ਨਹੀਂ ਨਾ ਚਾਹੁੰਦਾ ਕਿ ਮੈਂ ਮਾੜਾ, ਦੁਨੀਆ ਦੀ ਨਜ਼ਰ ਦੇ ਵਿੱਚ ਤਾਂ ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਕਿ ਲੋਕ ਕਹੇ ਦਰਵੇਸ਼, ਲੋਕ ਕਹਿੰਦੇ ਨੇ ਕਿ ਬੰਦਾ ਹੀ ਬੜਾ ਚੰਗਾ। ਜਦੋਂ ਇਹ ਚੰਗੇ ਲਫ਼ਜ਼ ਕੰਨ 'ਚ ਪੈਂਦੇ ਨੇ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਜੇ ਕਿਸੇ ਇੱਕ ਨੇ ਕੁਝ ਮਾੜਾ ਬੋਲ ਦਿੱਤਾ ਮੇਰੇ ਬਾਰੇ, ਤੇ ਮੈਂ ਤਾਂ ਉਹਦੇ ਘਰ ਜਾਵਾਂਗਾ ਜੀ ਉਹਦੇ ਨਾਲ ਲੜਨ ਵਾਸਤੇ। ਇਹਨਾਂ ਨੇ ਮੰਨਿਆ, ਕਹਿੰਦੇ ਜੀ ਸਤਿਗੁਰੂ ਜੀ ਝੂਠ ਬੋਲਦੇ ਆ, ਤੇ ਕਿਰਪਾ ਕਰੋ ਇੰਨਾ ਪਤਾ ਹੈ ਕਿ ਜੇਕਰ ਝੂਠ ਬੋਲਦੇ ਆ, ਇਹ ਔਗਣ ਹੈ ਜੀਵਨ ਦੇ ਵਿੱਚ, ਤੇ ਉਧਾਰ ਨਹੀਂ ਹੋ ਸਕਦਾ। ਰਹਿਮਤ ਕਰੋ, ਉਪਦੇਸ਼ ਬਖਸ਼ੋ ਕਿ ਜੀਵਨ ਸਫਲ ਹੋ ਜਾਏ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਉੱਥੇ ਬਚਨ ਕਿਹਾ, ਕਹਿਣ ਲੱਗੇ ਭਲਿਓ, ਜੇਕਰ ਤੁਹਾਨੂੰ ਪਤਾ ਹੈ ਕਿ ਇਹ ਕਮੀ ਹੈ ਤੁਹਾਡੇ ਜੀਵਨ ਦੇ ਵਿੱਚ, ਤੁਹਾਡੇ ਅੰਦਰ ਟਿਕੀ ਹੋਈ ਹੈ, ਤੁਹਾਨੂੰ ਇਸ ਔਗਣ ਦਾ ਪਤਾ ਲੱਗ ਗਿਆ ਹੈ, ਤੇ ਕਰਨਾ ਕੀ ਹੈ ਕਿ ਆਪਣੇ ਪਿੰਡ ਜਾ ਕੇ ਇੱਕ ਧਰਮਸ਼ਾਲਾ ਬਣਾਓ। ਜੇਕਰ ਧਰਮਸ਼ਾਲਾ ਹੈ ਚੰਗੀ ਗੱਲ ਹੈ, ਜੇ ਨਹੀਂ ਹੈ ਤੇ ਧਰਮਸ਼ਾਲਾ ਬਣਾਓ। ਧਰਮਸ਼ਾਲਾ ਦਾ ਭਾਵ ਸਾਧ ਸੰਗਤ ਅੱਜ ਦੇ ਸਮੇਂ ਗੁਰਦੁਆਰਾ, ਪੁਰਾਣਾ ਨਾਮ ਗੁਰਦੁਆਰਿਆਂ ਦਾ ਧਰਮਸ਼ਾਲਾ, ਇੱਕ ਧਰਮਸ਼ਾਲਾ ਕਹਿੰਦੇ ਬਣਾਓ। ਗਏ ਪਿੰਡ ਜੀ, ਜਾ ਕੇ ਇਹਨਾਂ ਧਰਮਸ਼ਾਲਾ ਬਣਾਈ। ਤੇ ਅਗਲਾ ਹੁਕਮ ਕੀ ਸੀ ਕਿ ਜਦੋਂ ਤੁਸੀਂ ਗੁਰੂ ਘਰ ਧਰਮਸ਼ਾਲਾ ਦੇ ਵਿੱਚ ਆਓ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਤੁਸੀਂ ਕਰਮ ਕੀਤੇ ਨੇ, ਚੰਗੇ ਜਾਂ ਮਾੜੇ, ਜਿੰਨਾ ਤੁਸੀਂ ਝੂਠ ਬੋਲਿਆ ਹੈ, ਉਹ ਸਾਰਾ ਇੱਕ ਧਰਮਸ਼ਾਲਾ ਦੇ ਵਿੱਚ ਪੇਪਰ ਲਗਾ ਲਓ। ਉਸ ਪੇਪਰ ਦੇ ਉੱਤੇ ਸਭ ਕੁਝ ਲਿਖੀ ਜਾਣਾ ਹੈ, ਨੋਟ ਕਰਨਾ ਹੈ।
ਜੋ ਤੁਸੀਂ ਚੰਗਾ ਕੰਮ ਕੀਤਾ ਹੈ ਉਹ ਵੀ, ਜੋ ਮਾੜਾ ਕੀਤਾ ਹੈ ਜਾਂ ਝੂਠ ਬੋਲਿਆ ਹੈ ਉਹ ਵੀ ਲਿਖਣਾ ਹੈ। ਤੇ ਜਦੋਂ ਫਿਰ ਦੁਬਾਰਾ ਕਿਤੇ ਦਰਸ਼ਨਾਂ ਨੂੰ ਆਓ, ਉਦੋਂ ਉਹ ਪੇਪਰ ਨਾਲ ਲੈ ਕੇ ਆਉਣਾ ਹੈ ਤੇ ਸੰਗਤ ਵਿੱਚ ਪੜ੍ਹ ਕੇ ਸੁਣਾਉਣਾ ਹੈ। ਤੇ ਹੁਣ ਜਦੋਂ ਜੀ ਇਹਨਾਂ ਨੇ ਜਾ ਕੇ ਧਰਮਸ਼ਾਲਾ ਦੇ ਵਿੱਚ ਉਹ ਪੇਪਰ ਲਗਾਇਆ, ਆਣ ਕੇ ਲਿਖਣਾ ਚੰਗਾ ਜਾਂ ਮਾੜਾ, ਤੇ ਸੰਗਤ ਦੇ ਸਾਹਮਣੇ ਜਦੋਂ ਆਪਣੇ ਮਾੜੇ ਕਰਮ ਲਿਖਣੇ, ਝੂਠ ਲਿਖਣੇ, ਤੇ ਸ਼ਰਮ ਬੜੀ ਮਹਿਸੂਸ ਹੋਣੀ, ਬੜੀ ਸ਼ਰਮ ਮਹਿਸੂਸ ਹੋਣੀ ਇਹਨਾਂ ਨੂੰ। ਤੇ ਹੌਲੀ ਹੌਲੀ ਜੀ ਉਸ ਸ਼ਰਮ ਦੇ ਚੱਲਦਿਆਂ, ਸਤਿਗੁਰਾਂ ਦੇ ਉਸ ਉਪਦੇਸ਼ ਦੀ ਪਾਲਣਾ ਕਰਦਿਆਂ, ਇਹਨਾਂ ਨੇ ਉਹ ਝੂਠ ਬੋਲਣਾ ਜਿਹੜਾ ਨਾ ਹੌਲੀ ਹੌਲੀ ਇਹਨਾਂ ਦਾ ਘਟਣਾ ਸ਼ੁਰੂ ਹੋ ਗਿਆ। ਘਟਦਿਆਂ ਇੱਕ ਦਿਨ ਐਸਾ ਆ ਗਿਆ ਜਿਸ ਦਿਨ ਉਹ ਝੂਠ ਬੋਲਣ ਵਾਲੀ ਆਦਤ ਹੀ ਜੀਵਨ ਦੇ ਵਿੱਚੋਂ ਚਲੀ ਗਈ, ਆਦਤ ਹੀ ਚਲੀ ਗਈ। ਤੇ ਜਿਸ ਦਿਨ ਆਦਤ ਚਲੀ ਗਈ, ਸਤਿਗੁਰੂ ਜੀ ਕਹਿੰਦੇ ਭਲਿਓ ਹੁਣ ਤੁਹਾਡੇ ਜੀਵਨ ਦਾ ਉਧਾਰ ਹੋਏਗਾ। ਕਿਉਂਕਿ ਉਹ ਇੱਕ ਕਮੀ, ਇੱਕ ਔਗਣ ਬੈਠਾ ਹੋਇਆ ਸੀ ਨਾ, ਜਿਹੜਾ ਜੀਵਨ ਨੂੰ ਸਫਲ ਨਹੀਂ ਸੀ ਹੋਣ ਦੇ ਰਿਹਾ। ਬਾਣੀ ਵੀ ਪੜ੍ਹਦੇ ਨੇ, ਚੰਗੇ ਕਰਮ ਵੀ ਭਾਵੇਂ ਕਰਦੇ ਨੇ, ਪਰ ਆ ਜਿਹੜਾ ਝੂਠ ਬੋਲਣ ਵਾਲਾ ਔਗਣ ਨਾਲ ਲਈ ਫਿਰਦੇ ਸੀ ਨਾ, ਇਹਨੇ ਉਸ ਮਾਲਕ ਤੱਕ ਪਹੁੰਚਣ ਨਹੀਂ ਦਿੱਤਾ, ਨਹੀਂ ਸਫਲ ਹੋਣ ਦਿੱਤਾ। ਤੇ ਜਿਸ ਦਿਨ ਉਹ ਔਗਣ ਜੀਵਨ ਦੇ ਵਿੱਚੋਂ ਚਲਾ ਗਿਆ, ਸਤਿਗੁਰੂ ਜੀ ਕਹਿੰਦੇ ਤੁਹਾਡੇ ਜੀਵਨ ਦਾ ਉਧਾਰ ਹੋਏਗਾ। ਤੇ ਬਿਲਕੁਲ ਹੋਏਗਾ। ਜੇ ਕਿਤੇ ਆਪਣੇ ਔਗਣ ਨੂੰ ਪਹਿਚਾਣ ਲਈਏ, ਪਹਿਚਾਨਣ ਤੋਂ ਬਾਅਦ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਅਰਜ਼ੋਈ ਕਰੀਏ, ਮਾਲਕ ਜੀ ਇਹ ਔਗਣ ਦੇ ਵਿੱਚ ਮੈਂ ਫਸਿਆ ਪਿਆ ਤੇ ਆਪ ਜੀ ਰਹਿਮਤ ਕਰੋ। ਤੇ ਜਦੋਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਸ ਔਗਣ ਨੂੰ ਹੌਲੀ ਹੌਲੀ ਤਿਆਗਣਾ ਸ਼ੁਰੂ ਕਰ ਦੇਵਾਂਗੇ ਨਾ, ਫਿਰ ਇੱਕ ਦਿਨ ਐਸਾ ਜ਼ਰੂਰ ਆਏਗਾ ਜਿਸ ਦਿਨ ਉਹ ਆਦਤ ਜਾਂ ਉਹ ਔਗਣ ਜਾਂ ਉਹ ਕਮੀ ਸਾਡੇ ਜੀਵਨ ਦੇ ਵਿੱਚੋਂ ਖਤਮ ਹੋ ਜਾਏਗੀ। ਤੇ ਜਿਸ ਦਿਨ ਉਹ ਖਤਮ ਹੋ ਗਈ, ਸਤਿਗੁਰੂ ਜੀ ਕਹਿੰਦੇ ਫਿਰ ਉਸ ਮਾਲਕ ਦੇ ਨਾਲ ਮੇਲ, ਉਹਦਾ ਦੀਦਾਰ ਜ਼ਰੂਰ ਹੋ ਜਾਏਗਾ, ਉਹ ਜ਼ਰੂਰ ਹਿਰਦੇ ਦੇ ਵਿੱਚ ਆਣ ਕੇ ਵਸ ਜਾਏਗਾ। ਕੀ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ? ਬਚਨਾਂ ਵੱਲ ਧਿਆਨ ਦਿਓ। ਕਹਿੰਦੇ ਰਾਮ ਨਾਮ ਔਰ ਮੈਂ ਗਹਿਓ, ਹਿਰਦੇ ਦੇ ਵਿੱਚ। ਔਰ ਦਾ ਮਤਲਬ ਹੈ ਹਿਰਦਾ, ਗਹਿਓ ਦਾ ਮਤਲਬ ਹੈ ਵਸ ਜਾਣਾ। ਰਾਮ ਨਾਮ ਔਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਏ। ਰੱਬ ਦੇ ਨਾਮ ਦੇ ਬਰਾਬਰ ਕੋਈ ਦੂਜੀ ਚੀਜ਼ ਨਹੀਂ ਜੇ ਹੈਗੀ। There is no other than ਨਾਮ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਦੂਜੀ ਚੀਜ਼ ਨਹੀਂ ਜੇ ਹੈਗੀ। ਜਿਹ ਸਿਮਰਤ, ਜਿਸ ਦਾ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ? ਸੰਕਟ ਮਿਟੈ। ਆ ਜਿਨ੍ਹਾਂ ਦਾ ਜ਼ਿਕਰ ਭਗਤ ਪਰਮਾਨੰਦ ਜੀ ਨੇ ਕੀਤਾ ਹੈ ਨਾ, ਇਹ ਸਾਰੇ ਸੰਕਟ ਨੇ ਆਤਮਿਕ ਜੀਵਨ ਵਾਸਤੇ। ਸੰਸਾਰਿਕ ਜੀਵਨ ਦੇ ਵਿੱਚ ਜਿਵੇਂ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਪ੍ਰੋਬਲਮ ਸਾਡੀ ਸਕਸੈਸ ਵਿੱਚ ਰੁਕਾਵਟ ਬਣ ਜਾਂਦੀ ਹੈ। ਜਦੋਂ ਤੱਕ ਉਹ ਪ੍ਰੋਬਲਮ ਸੋਲਵ ਨਾ ਹੋਏ, ਸਕਸੈਸ ਨਹੀਂ ਮਿਲ ਪਾਉਂਦੀ। ਜਦੋਂ ਤੱਕ ਸਟੂਡੈਂਟ ਦੇ ਸਾਰੇ ਐਗਜ਼ਾਮਸ ਕਲੀਅਰ ਨਾ ਹੋਣ, ਕੋਈ ਸਪਲੀ ਆ ਗਈ ਹੈ ਤੇ ਉਹਨੂੰ ਡਿਗਰੀ ਨਹੀਂ ਮਿਲੇਗੀ ਜਦੋਂ ਤੱਕ ਉਹਨੂੰ ਕਲੀਅਰ ਨਹੀਂ ਕਰੇਗਾ। ਸਤਿਗੁਰੂ ਜੀ ਕਹਿੰਦੇ ਜਿਵੇਂ ਸੰਸਾਰਿਕ ਜੀਵਨ ਦੇ ਵਿੱਚ ਸਫਲਤਾ ਦੇ ਲਈ ਪ੍ਰੋਬਲਮ ਨੂੰ ਦੂਰ ਕਰਨਾ, ਉਹਨੂੰ ਸੋਲਵ ਕਰਨਾ ਜ਼ਰੂਰੀ ਹੈ, ਬਿਲਕੁਲ ਸਿਮਿਲਰਲੀ ਉਸੇ ਤਰ੍ਹਾਂ ਆਤਮਿਕ ਜੀਵਨ ਦੇ ਵਿੱਚ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਦਵੈਸ਼, ਇਹ ਸਾਰੇ ਸੰਕਟ ਨੇ ਆਤਮਿਕ ਜੀਵਨ ਦੇ ਲਈ। ਇਹਨਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਤੇ ਹੋਣਗੇ ਕਿਵੇਂ? ਜਦੋਂ ਜਿਹ ਸਿਮਰਤ ਸੰਕਟ ਮਿਟੈ, ਰੱਬ ਦਾ ਨਾਮ ਜਪਾਂਗੇ, ਬੰਦਗੀ ਕਰਾਂਗੇ, ਬੰਦਗੀ ਬਾਣੀ ਨੂੰ ਜੀਵਨ ਦੇ ਵਿੱਚ ਕਮਾਵਾਂਗੇ, ਫਿਰ ਇਹ ਸਾਰੇ ਸੰਕਟ ਦੂਰ ਹੋਣਗੇ। ਤੇ ਜਿਸ ਦਿਨ ਸੰਕਟ ਦੂਰ ਹੋ ਗਏ, ਅਗਲਾ ਸਟੈਪ ਕੀ ਹੋਏਗਾ? ਦਰਸ ਤੁਹਾਰੋ ਹੋਏ, ਉਸ ਮਾਲਕ ਦਾ ਦਰਸ਼ਨ ਹੋ ਜਾਏਗਾ, ਦੀਦਾਰ ਹੋ ਜਾਏਗਾ। ਬਿਲਕੁਲ ਹੋਏਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਏ ਨੇ। ਤੇ ਜੇਕਰ ਗੁਰੂ ਸਾਹਿਬ ਕਹਿ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਝੂਠ ਨਹੀਂ। ਹਾਂ, ਕੋਈ ਬੰਦਾ ਝੂਠ ਬੋਲ ਸਕਦਾ ਹੈ ਪਰ ਗੁਰੂ ਨਹੀਂ। ਗੁਰੂ ਕਹਿ ਰਹੇ ਨੇ ਕਿ ਇਹ ਕੰਮ ਕਰ ਲਓ, ਤੁਹਾਨੂੰ ਉਸ ਮਾਲਕ ਦੇ ਦੀਦਾਰ ਹੋ ਜਾਣਗੇ, ਜੇਕਰ ਤੁਸੀਂ ਉਹਦੇ ਦੀਦਾਰ ਕਰਨਾ ਚਾਹੁੰਦੇ ਹੋ। ਤੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਦੀਦਾਰ, ਦਰਸ਼ਨ ਦਾ ਜਿਹੜਾ ਕਨਸੈਪਟ ਹੈ ਨਾ, ਉਹ ਇੱਕ ਵੱਖਰਾ ਵਿਸ਼ਾ ਹੈ। ਉਹ ਵੀ ਕਿਤੇ ਸਮਾਂ ਮਿਲਿਆ ਤੇ ਜ਼ਰੂਰ ਆਪ ਜੀ ਨਾਲ ਵਿਚਾਰਾਂਗੇ। ਪਰ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਆਪਣੇ ਅੰਦਰੋਂ ਸੰਕਟ ਨੂੰ ਦੂਰ ਕਰ ਤੇ ਰੱਬ ਦੇ ਦਰਸ਼ਨ ਪਾਲਾ। ਬਾਬਾ ਜਿਹੜੇ ਬੁੱਲੇ ਸ਼ਾਹ ਜੀ ਹੋਏ ਨੇ, ਉਹਨਾਂ ਨੇ ਕੀ ਕਿਹਾ? ਕਹਿੰਦੇ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਇਹਦਾ ਮਤਲਬ ਹੈ ਕਿ ਰੱਬ ਪਾਇਆ ਜਾ ਸਕਦਾ ਹੈ, ਮਿਲ ਸਕਦਾ ਹੈ। ਕਰਨਾ ਕੀ ਪਏਗਾ? ਜਿਹੜਾ ਮਨ ਇੰਨਾ ਸੰਕਟਾਂ ਦੇ ਵਿੱਚ ਫਸਿਆ ਪਿਆ ਹੈ ਨਾ, ਬਸ ਇੱਧਰੋਂ ਪੁੱਟ ਕੇ ਮਾਲਕ ਦੀ ਯਾਦ ਵਿੱਚ ਜੋੜਨਾ ਪਏਗਾ। ਤੇ ਜਿਸ ਦਿਨ ਜੁੜ ਗਿਆ, ਇਹ ਸੰਕਟ ਖਤਮ,
ਮਾਲਕ ਦਾ ਦਰਸ਼ਨ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਏ। ਕਿਤੇ RAM ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ਼ ਤੁਹਾਰੋ ਹੋਏ। ਉਹ ਨਾਮ ਦੀ ਦਾਤ ਗੁਰੂ ਦੇ ਪਾਸੋਂ ਮਿਲ ਜਾਏ, ਜਿਸ ਦੀ ਮਦਦ ਦੇ ਨਾਲ, ਹੈਲਪ ਦੇ ਨਾਲ ਇਹਨਾਂ ਸੰਕਟਾਂ ਨੂੰ ਖਤਮ ਕਰਕੇ ਮਾਲਕ ਦੇ ਨਾਲ ਅਸੀਂ ਮਿਲ ਸਕੀਏ ਜੀ। ਅਰਜ਼ੋਈ ਕਰਿਆ ਕਰੀਏ, ਅਰਜ਼ੋਈ ਅਰਦਾਸ ਦਾ ਪੱਲਾ ਨਾ ਕਦੇ ਛੱਡੀਏ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।